हफ्ते भर ਦੀਆਂ ਦੀਨ ਦੁਨੀਆ ਦੇ ਨਾਲ ਇਮੀਗ੍ਰੇਸ਼ਨ ਦੀਆਂ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬरुण कौर मान हाजिर। सत श्री अकाल, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ यूएसए टीवी ਦੀ ਖਾਸ ਪੇਸ਼ਕਸ਼ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਵਿੱਚ ਛੁੱਟੀਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸੈਰਾਂ ਤੇ ਸਨ ਨਿਕਲੇ। ਆਇਆ ਭਾਰੀ ਹੜ੍ਹ ਹਵਾਈ ਅੱਡਿਆਂ ਤੇ। ਵਿੱਤੀ ਸਾਲ 2022 ਦੌਰਾਨ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿੱਚ ਭਾਰਤੀ ਆਉਂਦੇ ਨੇ ਦੂਜੇ ਸਥਾਨ ਤੇ। ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਕੈਨੇਡਾ ਵੱਲ ਵਧਿਆ ਰੁਝਾਨ। ਕੈਨੇਡਾ ਦੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਹੁਨਰਮੰਦ ਵਰਕਰਾਂ ਨੂੰ ਪੱਕੀ ਇਮੀਗ੍ਰੇਸ਼ਨ ਦਾ ਸੱਦਾ। ਕੈਨੇਡਾ ਜਾਣ ਵਾਲਿਆਂ ਲਈ ਇਸ ਹਫ਼ਤੇ ਖੁਸ਼ਖਬਰੀ ਆਈ। 6 ਜੁਲਾਈ ਤੋਂ ਮੁੜ ਸ਼ੁਰੂ ਹੋਏ ਸਾਰੇ ਐਕਸਪ੍ਰੈਸ ਐਂਟਰੀ ਡਰਾਅ। ਕੈਨੇਡਾ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਹੱਦੀ ਉਪਵਾਵਾਂ ਦਾ ਕੀਤਾ ਵਿਸਥਾਰ। ਕੈਨੇਡਾ ਦੇ ਹਵਾਈ ਅੱਡਿਆਂ ਤੇ ਹਾਲਾਤ ਹੋਏ ਮਾੜੇ। ਕੈਨੇਡਾ ਦੀਆਂ 에ਅਰਲਾਈਨਸ ਨੇ ਸਭ ਤੋਂ ਵੱਧ ਖੱਜਲ ਖੁਆਰ ਕੀਤੇ ਹਵਾਈ ਮੁਸਾਫਰ। ਇਟਲੀ ਵਿੱਚ 에ਅਰਲਾਈਨਸ ਦੀਆਂ ਟਿਕਟਾਂ ਦੀ ਵਧੀ ਕੀਮਤ, ਭਾਰਤੀਆਂ ਲਈ ਦੇਸ਼ ਪਰਤਣਾ ਹੋਇਆ ਔਖਾ। ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੀਤੇ ਵੱਡੇ ਐਲਾਨ। ਸਿੰਗਾਪੁਰ ਤੋਂ ਭਾਰਤ ਲਈ ਅਕਤੂਬਰ ਤੱਕ ਆਮ ਵਾਂਗ ਹੋ ਜਾਣਗੀਆਂ ਉਡਾਣਾਂ। ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਆਗਿਆ, ਪਰ ਭਾਰਤ ਲਈ ਨਹੀਂ ਖੋਲੇ ਦਰਵਾਜ਼ੇ। ਜਹਾਜ਼ਾਂ ਵਿੱਚ ਇੱਕ ਤੋਂ ਬਾਅਦ ਇੱਕ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸਪਾਈਸ ਜੈਟ ਨੂੰ ਭੇਜਿਆ ਗਿਆ ਨੋਟਿਸ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ 'ਚ ਆਜ਼ਾਦੀ ਦਿਵਸ ਦੀਆਂ ਛੁੱਟੀਆਂ ਹੋਈਆਂ ਔਰ ਇਸ ਦੌਰਾਨ ਲੱਖਾਂ ਲੋਕ ਆਪਣੇ ਘਰਾਂ ਤੋਂ ਪਰਿਵਾਰਾਂ ਸਮੇਤ ਇਸ ਹਫ਼ਤੇ ਸੈਰ ਤੇ ਨਿਕਲੇ। ਨਤੀਜੇ ਵਜੋਂ ਹਵਾਈ ਅੱਡਿਆਂ ਤੇ ਭਾਰੀ ਭੀੜ ਨੇ ਹਫੜਾ ਦਫੜੀ ਮਚਾ ਦਿੱਤੀ। ਪਿਛਲੇ ਦਿਨਾਂ 'ਚ ਪੂਰੇ ਅਮਰੀਕਾ ਵਿੱਚ 10,000 ਤੋਂ ਵੱਧ ਉਡਾਣਾਂ ਲੇਟ ਹੋਈਆਂ ਤੇ 1,000 ਤੋਂ ਵੱਧ ਰੱਦ ਹੋ ਗਈਆਂ। ਪਿਛਲੇ 2 ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਘਰਾਂ ਵਿੱਚ ਕੈਦ ਹੋ ਕੇ ਬੇਚੈਨ ਲੋਕ ਸਮੁੰਦਰੀ ਕਿਨਾਰਿਆਂ, ਇਤਿਹਾਸਕ ਸਥਾਨਾਂ, ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦੇਖਣ ਲਈ ਬਾਹਰ ਆ ਰਹੇ ਨੇ। ਇੱਕ ਅਨੁਮਾਨ ਦੇ ਅਨੁਸਾਰ ਇਸ ਹਫ਼ਤੇ ਦੇ ਅੰਤ ਵਿੱਚ 125 ਮਿਲੀਅਨ ਤੋਂ ਵੱਧ ਲੋਕ ਪੂਰੇ ਅਮਰੀਕਾ ਵਿੱਚ ਉਡਾਣਾਂ ਫੜਨਗੇ। ਇਕੱਲੇ ਸ਼ੁੱਕਰਵਾਰ ਨੂੰ ਹੀ ਦੇਸ਼ ਭਰ ਦੇ ਹਵਾਈ ਅੱਡਿਆਂ ਤੇ 2.5 ਮਿਲੀਅਨ ਤੋਂ ਵੱਧ ਉਡਾਣਾਂ ਭਰੀਆਂ ਗਈਆਂ। ਹਵਾਈ ਅੱਡਿਆਂ ਤੇ ਵਰਤਮਾਨ ਵਿੱਚ 8 ਮਈ ਦੇ ਮੈਮੋਰੀਅਲ ਡੇ ਵੀਕਐਂਡ ਨਾਲੋਂ 8% ਜ਼ਿਆਦਾ ਭੀੜ ਹੋਈ ਸੀ। ਮੈਮੋਰੀਅਲ ਡੇ ਵੀਕਐਂਡ ਦੌਰਾਨ ਅਮਰੀਕਾ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੀ ਵੀ ਸ਼ੁਰੂਆਤ ਨੂੰ ਦਰਸਾਉਂਦਾ ਹੁੰਦਾ ਹੈ। ਟਰੈਵਲ ਐਪ ਹੋਪਰ ਦੇ ਅਨੁਸਾਰ ਹਵਾਈ ਕਿਰਾਏ 5 ਸਾਲਾਂ ਦੇ ਉੱਚ ਪੱਧਰ ਤੇ ਪਹੁੰਚ ਗਏ ਨੇ। ਇੱਕ ਔਸਤ ਵਿਅਕਤੀ ਘਰੇਲੂ ਉਡਾਣ ਲਈ ਵਾਪਸੀ ਟਿਕਟ ਤੇ $437 ਤੱਕ ਦਾ ਭੁਗਤਾਨ ਕਰ ਰਿਹਾ ਹੈ। ਅਮਰੀਕਾ ਵਿੱਚ ਵਿੱਤੀ ਸਾਲ 2022 ਦੌਰਾਨ 15 ਜੂਨ ਤੱਕ 6,61,500 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ। ਪਹਿਲੀ ਤਿਮਾਹੀ ਵਿੱਚ ਕੁਦਰਤੀ ਤੌਰ ਤੇ ਅਮਰੀਕਾ ਨਾਗਰਿਕਾਂ ਵਜੋਂ ਜਨਮ ਲੈਣ ਦੇ ਦੇਸ਼ ਵਜੋਂ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ਤੇ ਹੈ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ M ਜੱਡੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਤਿਹਾਸਕ ਤੌਰ ਤੇ ਸਾਡੇ ਦੇਸ਼ ਵਿੱਚ ਜੀਵਨ ਤੇ ਆਜ਼ਾਦੀ ਦੇ ਅਧਿਕਾਰ ਅਤੇ ਖੁਸ਼ ਰਹਿਣ ਦੀ ਆਜ਼ਾਦੀ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਅਮਰੀਕਾ ਵਿੱਚ ਰਹਿਣ ਲਈ ਆਕਰਸ਼ਿਤ ਕੀਤਾ। USCIS ਨੇ ਵਿੱਤੀ ਸਾਲ 2021 ਵਿੱਚ 8,55,000 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ। ਏਜੰਸੀ ਨੇ ਕਿਹਾ ਕਿ ਵਿੱਤੀ ਸਾਲ 2022 ਵਿੱਚ USCIS ਨੇ 15 ਜੂਨ ਤੱਕ 6,61,500 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ। ਇਸ ਵਿੱਚ ਕਿਹਾ ਗਿਆ ਕਿ ਇਸ ਸਾਲ 1 ਜੁਲਾਈ ਤੋਂ 8 ਜੁਲਾਈ ਤੱਕ 140 ਤੋਂ ਵੱਧ ਸਮਾਗਮਾਂ ਰਾਹੀਂ 6,600 ਨਵੇਂ ਨਾਗਰਿਕਾਂ ਦਾ ਸਵਾਗਤ ਕਰਕੇ ਸੁਤੰਤਰ ਦਿਵਸ ਉਹਨਾਂ ਨੇ ਮਨਾਇਆ। ਨਾਗਰਿਕਾਂ ਦਾ ਸੁਤੰਤਰ ਦਿਵਸ 4 ਜੁਲਾਈ ਨੂੰ ਮਨਾਇਆ ਗਿਆ ਸੀ। ਦੇਸ਼ ਵਿੱਚ ਗ੍ਰਹਿ ਸੁਰੱਖਿਆ ਮੰਤਰਾਲੇ ਮੁਤਾਬਕ ਵਿੱਤੀ ਸਾਲ 2022 ਵਿੱਚ ਪਹਿਲੀ ਤਿਮਾਹੀ ਵਿੱਚ ਨੈਚੁਰਲਾਈਜੇਸ਼ਨ ਰਾਹੀਂ ਨਾਗਰਿਕਤਾ ਹਾਸਲ ਕਰਨ ਵਾਲਿਆਂ ਚੋਂ 34 ਮੈਕਸੀਕੋ ਤੋਂ, ਭਾਰਤ, ਫਿਲੀਪੀਨਸ, ਕਿਊਬਾ ਅਤੇ ਡੋਮਿਨਿਕ ਰਿਪਬਲਿਕਨ ਦੇ ਸਨ। ਇਹਨਾਂ ਵਿੱਚੋਂ ਮੈਕਸੀਕੋ ਦੇ 24,508 ਅਤੇ ਭਾਰਤ ਦੇ 12,928 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕਰੋਨਾ ਦਾ ਖੌਫ ਘਟਣ ਮਗਰੋਂ ਉੱਚ ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ। ਇਕੱਲੇ ਅਮਰੀਕੀ ਐਮਬੈਸੀ ਨੂੰ ਇਸ ਸਾਲ ਭਾਰਤ ਤੋਂ ਸਟੂਡੈਂਟ ਵੀਜ਼ੇ ਲਈ 1.25 ਲੱਖ ਤੋਂ ਵੱਧ ਅਰਜ਼ੀਆਂ ਮਿਲੀਆਂ ਨੇ, ਜਿਨ੍ਹਾਂ ਨੂੰ ਜਾਰੀ ਕਰਨ ਲਈ ਐਮਬੈਸੀ ਵੱਲੋਂ ਵਾਧੂ ਉਪਾਅ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਦੇ ਹਾਲਤ ਕੈਨੇਡਾ, ਆਸਟ੍ਰੇਲੀਆ ਤੇ ਨਾਲ ਬਰਤਾਨੀਆ ਦੀਆਂ ਐਮਬੈਸੀਆਂ ਦੇ ਸਾਹਮਣੇ ਵੀ ਆਏ ਨੇ। ਇਹਨਾਂ ਵਿੱਚ ਵੀ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਸਟੂਡੈਂਟ ਵੀਜ਼ੇ ਲਈ ਅਪਲਾਈ ਕੀਤਾ ਹੈ। ਇਸ ਕਾਰਨ ਵੀਜ਼ਾ ਮਿਲਣ ਵਿੱਚ ਦੇਰੀ ਹੋ ਰਹੀ ਹੈ। ਅਮਰੀਕੀ ਐਮਬੈਸੀ ਦੇ ਅਧਿਕਾਰ ਬੁਲਾਰੇ ਮੁਤਾਬਕ ਪਿਛਲੇ ਸਾਲ ਐਮਬੈਸੀ ਨੇ ਗਰਮੀਆਂ ਦੌਰਾਨ 62,000 ਸਟੂਡੈਂਟ ਵੀਜ਼ੇ ਜਾਰੀ ਕੀਤੇ ਸਨ। ਤਦ ਕਰੋਨਾ ਮਹਾਮਾਰੀ ਦਾ ਪ੍ਰਭਾਵ ਕਾਫੀ ਹੱਦ ਤੱਕ ਜਾਰੀ ਸੀ, ਪਰ ਇਸ ਵਾਰ ਸਟੂਡੈਂਟ ਵੀਜ਼ਾ ਲਈ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ ਦੁੱਗਣੇ ਤੋਂ ਜ਼ਿਆਦਾ ਹੋ ਗਈ ਹੈ। ਐਮਬੈਸੀ ਨੂੰ ਦੇਸ਼ ਭਰ ਵਿੱਚੋਂ 1,25,000 ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਨੇ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟ੍ਰੇਲੀਆ ਸਣੇ 8 ਦੇਸ਼ਾਂ ਦੀਆਂ ਅੰਬੈਸੀਆਂ ਨੂੰ ਕਿਹਾ ਸੀ ਕਿ ਉਹ ਭਾਰਤੀ ਵਿਦਿਆਰਥੀਆਂ ਦੀ ਵੀਜ਼ਾ ਪ੍ਰਕਿਰਿਆ ਤੇਜ਼ ਕਰੇ। ਦਰਅਸਲ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅੰਬੈਸੀ ਵਿੱਚੋਂ ਵੀਜ਼ਾ ਮਿਲਣ ਦਾ ਲੰਬਾ ਸਮਾਂ ਲੱਗ ਰਿਹਾ। ਅਮਰੀਕੀ ਅੰਬੈਸੀ ਦਾ ਕਹਿਣਾ ਹੈ ਕਿ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਗਏ ਨੇ। ਹਜ਼ਾਰਾਂ ਵੀਜ਼ਾ ਅਪਾਇੰਟਮੈਂਟ ਸਲਾਟ ਵਧਾਏ ਗਏ ਨੇ ਅਤੇ ਸਟੂਡੈਂਟ ਵੀਜ਼ੇ ਲਈ ਇਨ ਪਰਸਨ ਇੰਟਰਵਿਊ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਬਹਾਲ ਕਰ ਦਿੱਤੇ ਗਏ ਨੇ ਅਤੇ ਪਹਿਲੇ ਡਰਾਅ ਵਿੱਚ ਹੁਨਰਮੰਦ ਵਰਕਰ ਯਾਨੀ ਕਿ ਸਕਿਲਡ ਵਰਕਰ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 1500 ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ ਭੇਜਿਆ ਗਿਆ। ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ 557 ਰਿਹਾ, ਜਿਸ ਦਾ ਭਾਵ ਹੈ ਕਿ ਇਸ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਹੀ ਇਸ ਡਰਾਅ ਵਿੱਚ ਮੌਕਾ ਮਿਲ ਸਕੇਗਾ। ਹੁਨਰਮੰਦ ਵਰਕਰਸ ਪ੍ਰੋਗਰਾਮ ਦੇ ਡਰਾਅ ਮਾਰਚ 2020 ਤੋਂ ਬੰਦ ਸਨ ਤੇ CEC ਦੇ ਡਰਾਅ ਬੀਤੇ ਸਾਲ ਸਤੰਬਰ 'ਚ ਰੋਕੇ ਗਏ ਸਨ। ਇਸੇ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਅਪਲਾਈ ਕਰਕੇ ਇੰਤਜ਼ਾਰ ਕਰ ਰਹੇ ਅਰਜ਼ੀਕਰਤਾਵਾਂ ਦੀ ਗਿਣਤੀ 25 ਲੱਖ ਦੇ ਕਰੀਬ ਹੋ ਚੁੱਕੀ ਹੈ। ਪਰ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਹੁਣ ਦੇ ਡਰਾਅ ਤੋਂ ਬਾਅਦ ਜੋ ਉਮੀਦਵਾਰ ਅਪਲਾਈ ਕਰਨਗੇ ਉਹਨਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ 6 ਮਹੀਨਿਆਂ ਦਾ ਕਰ ਦਿੱਤਾ ਜਾਏਗਾ। ਜੀ ਹਾਂ, 6 ਮਹੀਨਿਆਂ 'ਚ ਕਰ ਦਿੱਤਾ ਜਾਏਗਾ। ਔਰ ਹੁਨਰਮੰਦ ਵਰਕਰਾਂ ਵਾਸਤੇ ਕੈਨੇਡਾ ਦੇ ਦਰਵਾਜ਼ੇ 1967 ਵਿੱਚ ਖੋਲ੍ਹੇ ਗਏ ਸੀ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਰਕੇ ਮਾਰਚ 2020 ਵਿੱਚ ਇਸ ਪ੍ਰੋਗਰਾਮ ਨੂੰ ਰੋਕਣਾ ਪਿਆ ਸੀ। ਆਮ ਤੌਰ ਤੇ ਹਰੇਕ ਸਾਲ ਕੈਨੇਡਾ ਵੱਲੋਂ ਦਿੱਤੇ ਜਾਂਦੇ ਪੱਕੇ ਵੀਜ਼ਿਆਂ ਵਿੱਚ 45% ਹੁਨਰਮੰਦ ਵਰਕਰ ਹੁੰਦੇ ਨੇ, ਜਿਨ੍ਹਾਂ ਨੂੰ ਕੈਨੇਡਾ ਦੀ ਰੋਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਪਹਿਲ ਦਿੱਤੀ ਜਾਂਦੀ ਹੈ। ਕੈਨੇਡਾ 'ਚ ਪਹੁੰਚ ਚੁੱਕੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਲਈ CEC ਤਹਿਤ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੁਖਾਲਾ ਹੋ ਜਾਂਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਟਵਿੱਟਰ ਤੇ ਇਸ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਸੰਘੀ ਉੱਚ ਕੁਸ਼ਲ ਸਟ੍ਰੀਮ ਦੇ ਤਹਿਤ ਐਕਸਪ੍ਰੈਸ ਐਂਟਰੀ ਡਰਾਅ 18 ਮਹੀਨਿਆਂ ਤੋਂ ਵੱਧ ਦੇ ਵਿਰਾਮ ਤੋਂ ਬਾਅਦ ਸ਼ੁਰੂ ਹੋ ਜਾਣਗੇ, ਜੋ ਹੋ ਵੀ ਗਏ ਨੇ। ਇਸ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਕਲਾਸ ਅਤੇ ਫੈਡਰਲ ਸਕਿਲਡ ਟ੍ਰੇਡਸ ਕਲਾਸ ਸ਼ਾਮਲ ਨੇ। ਇਹ ਕੁਝ ਉਮੀਦਵਾਰਾਂ ਲਈ ਰਾਹਤ ਹੈ ਕਿਉਂਕਿ ਇਮੀਗ੍ਰੇਸ਼ਨ ਰਿਫਿਊਜ਼ੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਸਤੰਬਰ 2021 ਤੋਂ CEC ਉਮੀਦਵਾਰਾਂ ਨੂੰ ਸੱਦਾ ਨਹੀਂ ਦਿੱਤਾ। ਇਸ ਤੋਂ ਇਲਾਵਾ ਅਸੀਂ ਦਸੰਬਰ 2020 ਤੋਂ ਬਾਅਦ ਕੋਈ FSWP ਡਰਾਅ ਨਹੀਂ ਦੇਖਿਆ। ਇੱਕ ਪਿਛਲੀ IRCC ਘੋਸ਼ਣਾ ਵਿੱਚ ਕਿਹਾ ਗਿਆ ਹੈ ਕਿ ਉਹ 6 ਮਹੀਨੇ ਦੇ ਸੇਵਾ ਕਾਲ ਦੇ ਅੰਦਰ ਇਨ੍ਹਾਂ ਸਟ੍ਰੀਮਸ ਦੇ ਅਧੀਨ ਨਵੀਆਂ ਅਰਜ਼ੀਆਂ ਦੀ ਪ੍ਰਕਿਰਿਆ ਕਰਨਗੇ। ਸੰਘੀ ਉੱਚ ਕੁਸ਼ਲ ਪ੍ਰੋਸੈਸਿੰਗ ਵਸਤੂ ਸੂਚੀ ਵਿੱਚ ਅੱਧੇ ਤੋਂ ਵੱਧ ਦੀ ਕਟੌਤੀ ਕੀਤੀ ਗਈ ਹੈ। ਇੱਕ ਨਵੀਂ ਅਸਥਾਈ ਨੀਤੀ ਅਸਥਾਈ ਰੁਤਬੇ ਦੀ ਮਿਆਦ ਪੁੱਗਣ ਵਾਲੇ ਹਾਲ ਹੀ ਦੇ ਅੰਤਰਰਾਸ਼ਟਰੀ ਗ੍ਰੈਜੂਏਟਸ ਨੂੰ ਕੈਨੇਡਾ ਵਿੱਚ ਲੰਬੇ ਸਮੇਂ ਤੱਕ ਰਹਿਣ ਦਾ ਮੌਕਾ ਦੇਗੀ। ਇਮੀਗ੍ਰੇਸ਼ਨ ਮੰਤਰੀ ਹੁਣ 20 ਸਤੰਬਰ 2021 ਅਤੇ 31 ਦਸੰਬਰ 2022 ਦੇ ਵਿਚਕਾਰ ਮਿਆਦ ਪੁੱਗਣ ਵਾਲੇ PGWP ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟਸ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਧਾ ਰਿਹਾ ਹੈ। ਹਜ਼ਾਰਾਂ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੁਣ 18 ਮਹੀਨਿਆਂ ਦਾ ਵਾਧੂ ਓਪਨ ਵਰਕ ਪਰਮਿਟ ਮਿਲੇਗਾ। IRCC ਹੁਣ ਇੱਕ ਸਰਲ ਪ੍ਰਕਿਰਿਆ ਤੇ ਕੰਮ ਕਰ ਰਿਹਾ ਹੈ ਅਤੇ ਅਗਲੇ ਹਫ਼ਤਿਆਂ ਵਿੱਚ ਹੋਰ ਵੇਰਵੇ ਪ੍ਰਦਾਨ ਕਰੇਗਾ। ਬਿਨੇਕਾਰਾਂ ਨੂੰ ਆਪਣੀ ਅਰਜ਼ੀਆਂ ਦੀ ਪ੍ਰਕਿਰਿਆ ਦੌਰਾਨ ਕੈਨੇਡਾ ਵਿੱਚ ਨਹੀਂ ਰਹਿਣਾ ਪਏਗਾ। ਬਿਨੇਕਾਰ ਜੋ ਓਪਨ ਵਰਕ ਪਰਮਿਟ ਲਈ ਅਰਜ਼ੀ ਦਿੰਦੇ ਨੇ, ਜਦੋਂ ਉਹ ਆਪਣੀ ਸਥਾਈ ਨਿਵਾਸ ਅਰਜ਼ੀ ਦੀ ਪ੍ਰਕਿਰਿਆ ਹੋਣ ਦੀ ਉਡੀਕ ਕਰਦੇ ਨੇ, ਉਹ ਵਰਕ ਪਰਮਿਟ ਪ੍ਰਾਪਤ ਕਰਨ ਦੇ ਯੋਗ ਹੋਣਗੇ ਜੋ 2024 ਦੇ ਅੰਤ ਤੱਕ ਵੈਧ ਨੇ। ਪਰਿਵਾਰਕ ਪੁਨਰ ਏਕੀਕਰਨ ਦਾ ਸਮਰਥਨ ਕਰਨ ਲਈ ਮੁੱਖ ਬਿਨੇਕਾਰਾਂ ਦੀ ਸਥਾਈ ਨਿਵਾਸ ਅਰਜ਼ੀ ਵਿੱਚ ਸ਼ਾਮਲ ਤਤਕਾਲੀ ਪਰਿਵਾਰਕ ਮੈਂਬਰ ਜੋ ਕੈਨੇਡਾ ਤੋਂ ਬਾਹਰ ਨੇ ਆਪਣਾ ਓਪਨ ਵਰਕ ਪਰਮਿਟ ਪ੍ਰਾਪਤ ਕਰਨ ਦੇ ਯੋਗ ਹੋਣਗੇ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡਾ ਸਰਕਾਰ ਨੇ ਕੋਵਿਡ-19 ਮਹਾਮਾਰੀ ਸੰਬੰਧੀ ਕੇਸਾਂ ਵਿੱਚ ਵਾਧੇ ਤੋਂ ਬਾਅਦ ਖਾਸ ਫੈਸਲੇ ਲਏ ਨੇ। ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਲਈ ਮੌਜੂਦਾ ਕੋਵਿਡ-19 ਜਨਤਕ ਸਿਹਤ ਉਪਾਵਾਂ ਨੂੰ ਘੱਟੋ-ਘੱਟ 30 ਸਤੰਬਰ ਤੱਕ ਵਧਾ ਦਿੱਤਾ, ਜਿਸ ਵਿੱਚ ਅਰਾਈਵਕੈਨ ਐਪ ਦੀ ਵਰਤੋਂ ਵੀ ਸ਼ਾਮਲ ਹੈ। ਇੱਕ ਰਿਲੀਜ਼ ਵਿੱਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਦੀ ਰੈਂਡਮ ਕੋਵਿਡ-19 ਟੈਸਟਿੰਗ ਨੂੰ ਸਾਰੇ ਹਵਾਈ ਅੱਡਿਆਂ ਤੇ ਜੁਲਾਈ ਦੇ ਅੱਧ ਤੱਕ ਰੋਕ ਦਿੱਤਾ ਜਾਏਗਾ। ਇਸ ਨੇ ਸਭ ਤੋਂ ਪਹਿਲਾਂ 11 ਜੂਨ ਨੂੰ ਵਿਰਾਮ ਦੀ ਘੋਸ਼ਣਾ ਕੀਤੀ ਸੀ ਅਤੇ ਰਿਲੀਜ਼ ਵਿੱਚ ਕਿਹਾ ਗਿਆ ਸੀ ਕਿ ਹਵਾਈ ਅੱਡਿਆਂ ਨੂੰ ਆਪਣੇ ਸੰਚਾਲਨ ਨੂੰ ਸੁਚਾਰੂ ਬਣਾਉਣ ਦੇ ਧਿਆਨ ਦੇਣ ਦੀ ਆਗਿਆ ਦੇ ਰਿਹਾ। ਜਨਤਕ ਸਿਹਤ ਏਜੰਸੀ ਨੇ ਕਿਹਾ ਕਿ ਉਹ ਹਵਾਈ ਅੱਡਿਆਂ ਤੋਂ ਬਾਹਰ ਹਵਾਈ ਯਾਤਰੀਆਂ ਲਈ ਟੈਸਟ ਪ੍ਰਦਾਤਾ ਸਟੋਰਾਂ, ਫਾਰਮੇਸੀਆਂ ਜਾਂ ਵਰਚੁਅਲ ਅਪਾਇੰਟਮੈਂਟਸ ਦੁਆਰਾ ਚੁਣਨ ਲਈ
ਕੋਵਿਡ-19 ਟੈਸਟਿੰਗ ਨੂੰ ਟ੍ਰਾਂਸਫਰ ਕਰਨ ਦੀਆਂ ਯੋਜਨਾਵਾਂ ਨਾਲ ਅੱਗੇ ਵਧਾ ਰਹੀ ਹੈ। ਲਾਜ਼ਮੀ ਰੈਂਡਮ ਟੈਸਟਿੰਗ ਬਿਨਾਂ ਕਿਸੇ ਬਦਲਾਅ ਦੇ ਦਾਖਲੇ ਦੇ ਜ਼ਮੀਨੀ ਬਾਰਡਰ ਦੇ ਪੁਆਇੰਟਾਂ ਤੇ ਜਾਰੀ ਹੈ। ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਕਿ ਜਿਨ੍ਹਾਂ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ ਅਤੇ ਉਹਨਾਂ ਕੋਲ ਵੈਧ ਛੋਟ ਨਹੀਂ ਹੈ, ਉਹਨਾਂ ਨੂੰ ਆਪਣੇ 14 ਦਿਨਾਂ ਦੇ ਕੁਆਰੰਟਾਈਨ ਦੇ ਪਹਿਲੇ ਦਿਨ ਅਤੇ 8ਵੇਂ ਦਿਨ ਟੈਸਟ ਕਰਵਾਉਣਾ ਹੋਏਗਾ। ਸਿਹਤ ਮੰਤਰੀ ਜ਼ੀਨ ਜ਼ਾਵੇਸ ਡੁਕਲੋਸ ਨੇ ਲੋਕਾਂ ਨੂੰ ਇਹ ਵੀ ਤਾਕੀਦ ਕੀਤੀ ਹੈ ਕਿ ਉਹ ਸਿਫਾਰਿਸ਼ ਕੀਤੇ ਟੀਕਿਆਂ ਨਾਲ ਅਪ ਟੂ ਡੇਟ ਰਹਿਣ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੰਕਰਮਣ ਪ੍ਰਸਾਰਣ ਅਤੇ ਗੰਭੀਰ ਜਟਿਲਤਾਵਾਂ ਤੋਂ ਉਚਿਤ ਰੂਪ ਵਿੱਚ ਸੁਰੱਖਿਅਤ ਨੇ। ਸਾਰੇ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ ਜਾਂ ਦੇਸ਼ ਵਿੱਚ ਨਿਰਧਾਰਤ ਕਰੂਜ਼ ਜਹਾਜ਼ ਤੇ ਸਵਾਰ ਹੋਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ ਆਪਣੀ ਯਾਤਰਾ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਅਰਾਈਵਕੈਨ ਐਪ ਜਾਂ ਵੈਬਸਾਈਟ ਦੀ ਵਰਤੋਂ ਕਰਨਾ ਜਾਰੀ ਰੱਖਣਾ ਹੋਏਗਾ। ਸੈਰ ਸਪਾਟਾ ਸਮੂਹਾਂ ਅਤੇ ਬਾਰਡਰ ਕਮਿਊਨਿਟੀ ਮੇਅਰਾਂ ਅਤੇ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਪਾਬੰਦੀਆਂ ਨੂੰ ਸੌਖਾ ਕਰਨ ਅਤੇ ਅਰਾਈਵਕੈਨ ਐਪ ਨੂੰ ਸਕ੍ਰੈਪ ਕਰਨ ਲਈ ਕਿਹਾ ਹੈ। ਕੈਨੇਡਾ ਦੇ ਹਵਾਈ ਅੱਡਿਆਂ ਤੇ ਜਿੱਥੇ ਯਾਤਰੀਆਂ ਨੂੰ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੁਣ ਉਹਨਾਂ ਦੇ ਬੈਗ ਔਰ ਸਮਾਨ ਗਵਾਚਣ ਦੀ ਸਮੱਸਿਆ ਵਧਣ ਲੱਗੀ ਹੈ। ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਕਈ ਯਾਤਰੀਆਂ ਨੂੰ 16 ਦਿਨਾਂ ਬਾਅਦ ਵੀ ਇਸ ਹਫ਼ਤੇ ਉਹਨਾਂ ਦੇ ਬੈਗ ਮਿਲੇ। ਤਾਜ਼ਾ ਘਟਨਾ ਇਸ ਹਫ਼ਤੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਸਾਹਮਣੇ ਆਈ ਸੀ, ਜਿੱਥੇ ਇੱਕ ਯਾਤਰੀ 16 ਦਿਨ ਪਹਿਲਾਂ ਕੈਲਗਰੀ ਤੋਂ ਟੋਰਾਂਟੋ ਪਹੁੰਚਿਆ, ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਉਸ ਦਾ ਬੈਗ ਉਸ ਨੂੰ ਨਹੀਂ ਮਿਲਿਆ। ਫਿਲਹਾਲ ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿ ਹਵਾਈ ਯਾਤਰੀਆਂ ਨੂੰ ਕਦੋਂ ਤੱਕ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ, ਪਰ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਹ ਜਲਦ ਇਹਨਾਂ ਹਾਲਾਤਾਂ ਤੇ ਕਾਬੂ ਪਾ ਲਏਗੀ। ਪੂਰੀ ਦੁਨੀਆ ਵਿੱਚ ਹਵਾਈ ਮੁਸਾਫਰਾਂ ਲਈ ਪਿਛਲਾ ਵੀਕਐਂਡ ਮੁਸ਼ਕਲਾਂ ਭਰਿਆ ਰਿਹਾ, ਪਰ ਕੈਨੇਡੀਅਨ 에ਅਰਲਾਈਨਜ਼ ਅਤੇ ਹਵਾਈ ਅੱਡਿਆਂ ਨੇ ਸਭ ਤੋਂ ਮਾੜੀ ਕਾਰਗੁਜ਼ਾਰੀ ਦਿਖਾਈ। ਪਿਛਲੇ ਐਤਵਾਰ ਨੂੰ 에ਅਰ ਕੈਨੇਡਾ ਦੀਆਂ 67% ਫਲਾਈਟਸ ਦੇਰ ਨਾਲ ਪੁੱਜੀਆਂ, ਜਦਕਿ ਵੈਸਟ ਜੈਟ 55% ਉਡਾਣਾਂ ਨਾਲ ਤੀਜੇ ਸਥਾਨ ਤੇ ਰਹੀ। ਹਵਾਈ ਅੱਡਿਆਂ ਦੇ ਮਾਮਲੇ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 53% ਫਲਾਈਟਸ ਦੇਰ ਨਾਲ ਰਵਾਨਾ ਹੋਈਆਂ। ਫਲਾਈਟਸ ਅਵੇਅਰ ਦੇ ਅੰਕੜਿਆਂ ਮੁਤਾਬਕ ਮੌਂਟਰੀਅਲ ਹਵਾਈ ਅੱਡੇ ਤੋਂ 43% ਫਲਾਈਟਸ ਦੇਰ ਨਾਲ ਰਵਾਨਾ ਹੋਈਆਂ ਤੇ ਇਹੀ ਹਾਲ ਲੰਡਨ ਦੇ ਹੀਥਰੋ ਹਵਾਈ ਅੱਡੇ ਦਾ ਵੀ ਰਿਹਾ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੋਵਿਡ-19 ਦਾ ਝੰਬਿਆ ਇਟਲੀ ਹੱਲੇ ਤੱਕ ਆਪਣੇ ਪੈਰਾਂ ਤੇ ਨਹੀਂ ਆ ਰਿਹਾ। ਖਾਣ ਪੀਣ ਦੀਆਂ ਚੀਜ਼ਾਂ ਵਿੱਚ ਹੋਇਆ ਚੌਖਾ ਵਾਧਾ ਵੀ ਪ੍ਰਵਾਸੀਆਂ ਦੇ ਨਾਲ ਇਟਾਲੀਅਨ ਲੋਕਾਂ ਨੂੰ ਮੱਥੇ ਤੇ ਹੱਥ ਮਾਰਨ ਨੂੰ ਮਜਬੂਰ ਕਰਦਾ ਹੈ। ਹੋਰ ਤਾਂ ਹੋਰ ਅੱਜ-ਕੱਲ੍ਹ ਇਟਲੀ ਤੋਂ ਭਾਰਤ ਜਾਣ ਆਉਣ ਲਈ ਵੀ 에ਅਰਲਾਈਨਾਂ ਦੀਆਂ ਟਿਕਟਾਂ ਦੇ ਭਾਅ ਅਸਮਾਨ ਤੇ ਚੜੇ ਹੋਏ ਨੇ, ਜਿਸ ਕਾਰਨ ਭਾਰਤੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਇਸ ਸਮੇਂ ਵੀ ਇਟਲੀ ਵਿੱਚ ਕੋਵਿਡ-19 ਦੇ ਨਵੇਂ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤੇ ਇਹ ਨਾਮੁਰਾਦ ਬਿਮਾਰੀ ਇਟਲੀ ਦੀਆਂ 1,68,484 ਜ਼ਿੰਦਗੀਆਂ ਦਾ ਦੀਵਾ ਸਦਾ ਲਈ ਗੁਲ ਕਰ ਚੁੱਕੀ ਹੈ। ਪ੍ਰਵਾਸੀਆਂ ਨੂੰ ਵੀ ਇਟਲੀ ਵਿੱਚ ਕੰਮਕਾਰਾਂ ਨੂੰ ਲੈ ਕੇ ਕਾਫੀ ਪਰੇਸ਼ਾਨੀ ਝੱਲਣੀ ਪਈ। ਬੇਸ਼ੱਕ ਕਿ ਇਟਲੀ ਸਰਕਾਰ ਨੇ ਆਪਣੇ ਦੇਸ਼ ਦੇ ਵਸਿੰਦਿਆਂ ਨੂੰ ਕਈ ਤਰ੍ਹਾਂ ਦੇ ਬੋਨਸ ਵੀ ਦਿੱਤੇ, ਪਰ ਮਹਿੰਗਾਈ ਦੀ ਮਾਰ ਅੱਗੇ ਸਭ ਢਿੱਲਾ ਪੈ ਰਿਹਾ ਹੈ। ਇਟਲੀ ਦੇ ਭਾਰਤੀ ਜੁਲਾਈ ਅਗਸਤ ਵਿੱਚ ਕੰਮਕਾਰ ਘਟਣ ਕਾਰਨ ਆਪਣੇ ਸਾਕ ਸੰਬੰਧੀਆਂ ਨੂੰ ਮਿਲਣ ਲਈ ਭਾਰਤ ਜਾਣ ਦਾ ਪ੍ਰੋਗਰਾਮ ਬਣਾ ਰਹੇ ਨੇ, ਪਰ 에ਅਰਲਾਈਨਸ ਦੀਆਂ ਟਿਕਟਾਂ ਦੇ ਭਾਅ ਕਾਰਨ ਉਹਨਾਂ ਨੂੰ ਆਪਣਾ ਭਾਰਤ ਜਾਣ ਦਾ ਪ੍ਰੋਗਰਾਮ ਬਦਲਣਾ ਪੈ ਰਿਹਾ। ਇਸ ਸਮੇਂ 에ਅਰਲਾਈਨਸ ਦੀ ਇੱਕ ਪਾਸੇ ਦੀ ਟਿਕਟ ਰੋਮ ਅੰਮ੍ਰਿਤਸਰ 500 ਯੂਰੋ ਤੋਂ ਉੱਪਰ ਹੈ ਤੇ ਜੇ ਕਿਸੇ ਪਰਿਵਾਰ ਨੇ ਆਉਣ ਜਾਣ ਦੀ ਟਿਕਟ ਕਰਵਾਉਣੀ ਹੋਵੇ ਤਾਂ ਕਰੀਬ 1000 ਯੂਰੋ ਪ੍ਰਤੀ ਟਿਕਟ ਮਿਲ ਰਹੀ ਹੈ। ਪਰਿਵਾਰ ਵਿੱਚ 4 ਜੀਆਂ ਦਾ ਹੋਣਾ ਆਮ ਜਿਹਾ ਹੈ ਤੇ ਇਸ ਹਿਸਾਬ ਦੇ ਨਾਲ 4000 ਯੂਰੋ ਸਿਰਫ ਟਿਕਟ ਤੇ ਹੀ ਖਰਚ ਹੋ ਰਿਹਾ। ਇਸ ਤੋਂ ਇਲਾਵਾ ਬਾਕੀ ਖਰਚੇ ਇਸ ਬਾਬਤ ਸੋਚੋ ਕਿ ਬਹੁਤੇ ਭਾਰਤੀ ਵਿਚਾਰੇ ਆਪਣੇ ਭਾਰਤ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਬੇਬਸ ਨੇ, ਮਜਬੂਰ ਨੇ। ਦਿੱਲੀ ਦੀ ਟਿਕਟ ਬੇਸ਼ੱਕ ਥੋੜਾ ਸਸਤੀ ਮਿਲ ਜਾਵੇ, ਪਰ ਦਿੱਲੀ ਤੋਂ ਪੰਜਾਬ ਜਾਣ ਦੀ ਖੱਜਲ ਖੁਆਰੀ ਤੋਂ ਬਹੁਤੇ ਪ੍ਰਵਾਸੀ ਭਾਰਤੀ ਕਤਰਾਉਂਦੇ ਨੇ। ਇੱਕ ਤਾਂ ਕੋਵਿਡ-19 ਕਾਰਨ ਪਹਿਲਾਂ ਹੀ ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਦਾ ਸਕੂਨ ਖਤਮ ਕਰ ਦਿੱਤਾ, ਦੂਜਾ 에ਅਰਲਾਈਨਸ ਦੀਆਂ ਟਿਕਟਾਂ ਲੋਕਾਂ ਨੂੰ ਆਪਣੇ ਸਾਕ ਸੰਬੰਧੀਆਂ ਨੂੰ ਮਿਲਣ ਤੋਂ ਰੋਕਣ ਵਿੱਚ ਖਾਸ ਭੂਮਿਕਾ ਨਿਭਾ ਰਹੀਆਂ ਨੇ। ਆਸਟ੍ਰੇਲੀਆਈ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਟੀਕਾਕਰਨ ਸਥਿਤੀ ਦਾ ਐਲਾਨ ਕਰਨ ਦੀਆਂ ਲੋੜਾਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਨ ਔਨਲੀਨ ਅਤੇ ਸਿਹਤ ਮੰਤਰੀ ਮਾਰਕ ਵਟਲਰ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਬੁੱਧਵਾਰ ਤੋਂ ਆਸਟ੍ਰੇਲੀਆ ਪਹੁੰਚਣ ਵਾਲੇ ਯਾਤਰੀਆਂ ਨੂੰ ਟੀਕਾਕਰਨ ਦੀ ਸਥਿਤੀ ਦਾ ਐਲਾਨ ਕਰਨ ਲਈ ਡਿਜੀਟਲ ਪੈਸੇਂਜਰ ਘੋਸ਼ਣਾ ਨੂੰ ਪੂਰਾ ਨਹੀਂ ਕਰਨਾ ਪਏਗਾ। ਇਹ ਐਲਾਨ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਮਾਰਚ 2020 ਵਿੱਚ ਪਹਿਲੀ ਵਾਰ ਲਾਗੂ ਕੀਤੇ ਗਏ ਜਾਣ ਤੋਂ 2 ਸਾਲਾਂ ਤੋਂ ਵੱਧ ਸਮੇਂ ਵਿੱਚ ਆਸਟ੍ਰੇਲੀਆ ਦੀਆਂ ਸਾਰੀਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਖਤਮ ਕਰਦਾ ਹੈ।
ਓਨੀਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਹਵਾਈ ਅੱਡੇ ਵਿਅਸਤ ਹੁੰਦੇ ਜਾ ਰਹੇ ਨੇ। ਇਹਨਾਂ ਲੋੜਾਂ ਨੂੰ ਹਟਾਉਣ ਨਾਲ ਨਾ ਕੇਵਲ ਸਾਡੇ ਹਵਾਈ ਅੱਡਿਆਂ ਵਿੱਚ ਦੇਰੀ ਘਟੇਗੀ, ਬਲਕਿ ਵਧੇਰੇ ਸੈਲਾਨੀਆਂ ਤੇ ਹੁਨਰਮੰਦ ਕਾਮਿਆਂ ਨੂੰ ਆਸਟ੍ਰੇਲੀਆ ਨੂੰ ਇੱਕ ਮੰਜ਼ਿਲ ਵਜੋਂ ਚੁਣਨ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ। ਆਸਟ੍ਰੇਲੀਆ ਜਾਣ ਵਾਲੇ ਸਾਰੇ ਲੋਕਾਂ ਨੂੰ ਅਜੇ ਵੀ ਫਲਾਈਟਸ ਵਿੱਚ ਫੇਸ ਮਾਸਕ ਪਹਿਨਣ ਦੀ ਲੋੜ ਹੋਏਗੀ। ਇਹ ਘੋਸ਼ਣਾ ਉਸ ਸਮੇਂ ਹੋਈ ਹੈ ਜਦੋਂ ਆਸਟ੍ਰੇਲੀਆ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੋਮਵਾਰ ਸਵੇਰੇ ਆਸਟ੍ਰੇਲੀਆ ਨੇ 25,000 ਤੋਂ ਵੱਧ ਨਵੇਂ ਕੋਵਿਡ-19 ਕੇਸ ਅਤੇ 25 ਮੌਤਾਂ ਦੀ ਸੂਚਨਾ ਦਿੱਤੀ। ਸਿੰਗਾਪੁਰ ਤੋਂ ਭਾਰਤ ਲਈ ਉਡਾਣਾਂ 30 ਅਕਤੂਬਰ ਤੱਕ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਵਾਂਗ ਨਿਯਮਿਤ ਹੋ ਜਾਣਗੀਆਂ। ਸਿੰਗਾਪੁਰ 에ਅਰਲਾਈਨਸ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਉਡਾਣਾਂ ਦੀ ਆਵਾਜਾਈ ਕੀਤੀ ਜਾਏਗੀ। ਹਵਾਈ ਯਾਤਰਾ ਦੀ ਮੰਗ ਵਧਣ ਤੇ ਇਹ ਫੈਸਲਾ ਕੀਤਾ ਗਿਆ। ਸਿੰਗਾਪੁਰ 에ਅਰਲਾਈਨਸ ਨੇ ਕਿਹਾ ਕਿ ਚੇਨਈ ਲਈ ਹਫ਼ਤੇ 'ਚ 17 ਉਡਾਣਾਂ ਦੀ ਆਵਾਜਾਈ ਹੌਲੀ-ਹੌਲੀ ਸ਼ੁਰੂ ਕੀਤੀ ਜਾਏਗੀ। ਹਾਲੇ ਇਸ ਸ਼ਹਿਰ ਲਈ 10 ਉਡਾਣਾਂ ਹਰ ਹਫ਼ਤੇ ਨੇ। ਇਸੇ ਤਰ੍ਹਾਂ ਕੋਚੀ ਲਈ ਹਾਲੇ ਹਰ ਹਫ਼ਤੇ 7 ਉਡਾਣਾਂ ਨੇ, ਜਿਨ੍ਹਾਂ ਨੂੰ ਵਧਾ ਕੇ 14 ਕੀਤਾ ਜਾਏਗਾ, ਜਦਕਿ ਬੈਂਗਲੁਰੂ ਲਈ ਹਰ ਹਫ਼ਤੇ ਉਡਾਣਾਂ ਦੀ ਗਿਣਤੀ ਵਧਾ ਕੇ 16 ਕੀਤੀ ਜਾਏਗੀ। ਫਿਲਹਾਲ ਇਸ ਸ਼ਹਿਰ ਲਈ ਹਫ਼ਤੇ 'ਚ 7 ਉਡਾਣਾਂ ਚੱਲਦੀਆਂ ਨੇ। ਸਿੰਗਾਪੁਰ 에ਅਰਲਾਈਨਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਲਈ 30 ਅਕਤੂਬਰ ਤੱਕ 100% ਦੀ ਸਮਰੱਥਾ ਦੇ ਨਾਲ ਜਹਾਜ਼ਾਂ ਦੀ ਆਵਾਜਾਈ ਕੀਤੀ ਜਾਏਗੀ। ਮਹਾਮਾਰੀ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਲਈ ਹਫ਼ਤੇ ਵਿੱਚ 96 ਉਡਾਣਾਂ ਚਲਾਈਆਂ ਜਾਂਦੀਆਂ ਸਨ। ਚੀਨ ਨੇ 2 ਸਾਲ ਦੀ ਪਾਬੰਦੀ ਦੇ ਬਾਅਦ ਹੁਣ ਇੰਟਰਨੈਸ਼ਨਲ ਫਲਾਈਟਸ ਯਾਨੀ ਕਿ ਅੰਤਰਰਾਸ਼ਟਰੀ ਉਡਾਣਾਂ ਨੂੰ ਆਗਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਚੀਨ ਨੇ 2 ਸਾਲ ਪਹਿਲਾਂ ਇੰਟਰਨੈਸ਼ਨਲ ਫਲਾਈਟਸ ਤੇ ਪਾਬੰਦੀ ਲਗਾਈ ਸੀ। ਹਾਲਾਂਕਿ ਚੀਨ ਨੇ ਪਿਛਲੇ ਮਹੀਨੇ ਭਾਰਤੀ ਪੇਸ਼ੇਵਰਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਵੀਜ਼ਾ ਪਾਬੰਦੀਆਂ ਹਟਾ ਦਿੱਤੀਆਂ ਸੀ, ਪਰ ਉਸਨੇ ਭਾਰਤ ਲਈ ਹਵਾਈ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਦਾ ਕੋਈ ਸੰਕੇਤ ਨਹੀਂ ਦਿੱਤਾ। ਸਰਕਾਰੀ ਮੀਡੀਆ ਖਬਰਾਂ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਮਨੋਨੀਤ ਹੋਟਲਾਂ ਵਿੱਚ ਇਕਾਂਤਵਾਸ ਦੀ ਮਿਆਦ ਨੂੰ ਘਟਾ ਕੇ 7 ਦਿਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹ ਇਸ ਪ੍ਰਕਿਰਿਆ ਨੂੰ ਹੋਰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਫੈਸਲੇ ਨਾਲ ਚੀਨ ਨੂੰ ਜੋੜਨ ਵਾਲੀਆਂ ਉਡਾਣਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ। ਖਾਸ ਤੌਰ ਤੇ ਅਮਰੀਕਾ ਨੂੰ ਜੋੜਨ ਵਾਲੀਆਂ ਉਡਾਣਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ। ਇਸ ਤੋਂ ਇਲਾਵਾ ਚੀਨ ਤੋਂ ਦੂਜੇ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਰਿਪੋਰਟ ਮੁਤਾਬਕ ਇਸ ਹਫ਼ਤੇ ਦੇ ਸ਼ੁਰੂ ਵਿੱਚ 2025 ਯਾਤਰੀ ਉਡਾਣ ਮੁੜ ਸ਼ੁਰੂ ਹੋਣ ਜਾ ਰਹੀਆਂ ਨੇ, ਜਦੋਂ ਕਿ ਰਿਪੋਰਟ ਵਿੱਚ ਕਿਹਾ ਗਿਆ ਕਿ ਨਵੰਬਰ 2020 ਤੋਂ ਚੀਨ ਅਤੇ ਭਾਰਤ ਵਿਚਕਾਰ ਕੋਈ ਨਿਯਮਿਤ ਉਡਾਣ ਨਹੀਂ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਅਜੇ ਤੱਕ ਕੋਈ ਉਡਾਣ ਸੂਚਿਤ ਨਹੀਂ ਹੋਈ। ਚੀਨ ਨੇ ਪਿਛਲੇ ਮਹੀਨੇ ਵੱਖ-ਵੱਖ ਚੀਨੀ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਜੋ 2 ਸਾਲਾਂ ਤੋਂ ਭਾਰਤ ਵਿੱਚ ਫਸੇ ਹੋਏ ਨੇ ਦੇ ਲਈ 2 ਸਾਲ ਦੀ ਵੀਜ਼ਾ ਪਾਬੰਦੀ ਹਟਾ ਦਿੱਤੀ ਹੈ, ਪਰ ਇਹਨਾਂ ਪੇਸ਼ੇਵਰਾਂ ਲਈ ਚੀਨ ਜਾਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਫਿਲਹਾਲ ਦੋਵਾਂ ਦੇਸ਼ਾਂ ਵਿਚਕਾਰ ਕੋਈ ਵੀ ਉਡਾਣ ਉਪਲਬਧ ਹਾਲੇ ਨਹੀਂ ਹੈ। ਸਪਾਈਸ ਜੈਟ ਦੇ ਜਹਾਜ਼ਾਂ ਵਿੱਚ ਪਿਛਲੇ 18 ਦਿਨਾਂ 'ਚ ਤਕਨੀਕੀ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ 에ਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਹੈ। DGCA ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਕਿ 에ਅਰਕ੍ਰਾਫਟ ਨੇਮ 1937 ਦੀ ਧਾਰਾ 134 ਅਤੇ ਅਨੁਸੂਚੀ 11 ਤਹਿਤ ਸਪਾਈਸ ਜੈਟ ਸੁਰੱਖਿਅਤ, ਕੁਸ਼ਲ ਅਤੇ ਭਰੋਸੇਯੋਗ ਹਵਾਈ ਸੇਵਾਵਾਂ ਦੇਣ ਵਿੱਚ ਨਾਕਾਮ ਰਹੀ ਹੈ। DGCA ਨੇ 에ਅਰਲਾਈਨਸ ਨੂੰ 3 ਹਫ਼ਤਿਆਂ ਵਿੱਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ। ਨੋਟਿਸ ਵਿੱਚ ਕਿਹਾ ਗਿਆ ਕਿ ਸਤੰਬਰ 2021 ਦੇ ਵਿੱਤੀ ਮੁਲਾਂਕਣ ਤੋਂ ਖੁਲਾਸਾ ਹੋਇਆ ਕਿ 에ਅਰਲਾਈਨ ਕੈਸ਼ ਐਂਡ ਕੈਰੀ ਦੇ ਮਾਡਲ ਤੇ ਚੱਲ ਰਹੀ ਹੈ ਅਤੇ ਸਪਲਾਇਰਸ ਨੂੰ ਨਿਯਮਤ ਆਧਾਰ ਤੇ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕੁੱਲ ਪੁਰਜ਼ਿਆਂ ਦੀ ਕਮੀ ਆਈ ਹੈ। DGCA ਦੇ ਨੋਟਿਸ ਤੇ ਪ੍ਰਤੀਕਰਮ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧਿਆ ਨੇ ਕਿਹਾ ਕਿ ਮੁਸਾਫਰਾਂ ਦੀ ਸੁਰੱਖਿਆ ਸਭ ਤੋਂ ਉੱਤੇ ਹੈ। ਉਹਨਾਂ ਨੇ ਟਵੀਟ ਕਰਕੇ ਇਸ ਹਫ਼ਤੇ ਕਿਹਾ ਸੀ ਕਿ ਛੋਟੀ ਤੋਂ ਛੋਟੀ ਗਲਤੀ ਦੀ ਵੀ ਜਾਂਚ ਕਰਾਂਗੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵੀ ਸਪਾਈਸ ਜੈਟ ਦਾ ਚੀਨ ਜਾ ਰਿਹਾ ਜਹਾਜ਼ ਕੋਲਕਾਤਾ ਪਰਤ ਆਇਆ ਸੀ ਕਿਉਂਕਿ ਪਾਇਲਟ ਨੇ ਦੇਖਿਆ ਕਿ ਉਸ ਦਾ ਮੌਸਮੀ ਰੇਡਾਰ ਕੰਮ ਨਹੀਂ ਕਰ ਰਿਹਾ। ਸਪਾਈਸ ਜੈਟ ਦੇ ਤਰਜਮਾਨ ਨੇ ਕਿਹਾ ਕਿ 5 ਜੁਲਾਈ ਨੂੰ ਬੋਇੰਗ 737 ਮਾਲਵਾਹਕ ਜਹਾਜ਼ ਕੋਲਕਾਤਾ ਤੋਂ ਚੀਨ ਦੇ ਚੌਂਗਸ਼ਿੰਗ ਜਾ ਰਿਹਾ ਸੀ। ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਇਸ ਦੇ ਰਡਾਰ ਵਿੱਚ ਮੌਸਮ ਦਾ ਪਤਾ ਨਹੀਂ ਲੱਗ ਰਿਹਾ ਸੀ। ਪਾਇਲਟ ਨੇ ਜਹਾਜ਼ ਨੂੰ ਕੋਲਕਾਤਾ ਵਾਪਸ ਲਿਜਾਣ ਦਾ ਫੈਸਲਾ ਲਿਆ ਸੀ ਅਤੇ ਇਹ ਸੁਰੱਖਿਅਤ ਉਤਰ ਗਿਆ ਸੀ। 에ਅਰਲਾਈਨਸ ਦੀ ਦਿੱਲੀ ਦੁਬਈ ਉਡਾਣ ਇੰਧਨ ਇੰਡੀਕੇਟਰ ਵਿੱਚ ਨੁਕਸ ਕਾਰਨ ਕਰਾਚੀ ਵੱਲ ਮੋੜ ਦਿੱਤੀ ਗਈ ਸੀ। ਇਸ ਹਫ਼ਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਦੀਨ ਦੁਨੀਆ ਦੀਆਂ ਖਬਰਾਂ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਅਗਲੇ ਹਫ਼ਤੇ ਫਿਰ ਤੋਂ ਹਾਜ਼ਰ ਹੋਊਂਗੀ ਬਹੁਤ ਸਾਰੀਆਂ ਏਦਾਂ ਹੀ ਇਮੀਗ੍ਰੇਸ਼ਨ ਦੀਆਂ ਜਾਣਕਾਰੀਆਂ ਲੈ ਕੇ। ਫਿਲਹਾਲ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।